ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ। ਅੰਗ 271 ਸ਼ਲੋਕ ਆਗਮ ਅਗਾਧ ਪਾਰ ਬ੍ਰਹਮ ਸੋਏ। ਉਹ ਬੇਅੰਤ ਪ੍ਰਭੂ ਜੀਵ ਦੀ ਪਹੁੰਚ ਤੋਂ ਪਰੇ ਹੈ ਅਤੇ ਅਥਾਹ ਹੈ। ਜੋ ਜੋ ਕਹੈ ਸੋ ਮੁਕਤਾ ਹੋਏ। ਜੋ ਜੋ ਮਨੁੱਖ ਉਸ ਨੂੰ ਸਿਮਰਦਾ ਹੈ ਉਹ ਵਿਕਾਰਾਂ ਦੇ ਜਾਲ ਤੋਂ ਖਲਾਸੀ ਪਾ ਲੈਂਦਾ ਹੈ। ਸੁਣ ਮੀਤਾ ਨਾਨਕ ਵਿਨਵੰਤਾ ਸਾਧ ਜਨਾਂ ਕੀ ਅਚਰਜ ਕਥਾ। ਹੇ ਮਿੱਤਰ ਸੁਣ, ਨਾਨਕ ਬੇਨਤੀ ਕਰਦਾ ਹੈ। ਸਿਮਰਨ ਕਰਨ ਵਾਲੇ ਗੁਰਮੁਖਾਂ ਦੇ ਗੁਣਾਂ ਦਾ ਜ਼ਿਕਰ ਹੈਰਾਨ ਕਰਨ ਵਾਲਾ ਹੈ। ਭਾਵ ਸਿਮਰਨ ਦੀ ਬਰਕਤ ਨਾਲ ਭਗਤ ਜਨਾਂ ਵਿੱਚ ਇਤਨੇ ਗੁਣ ਪੈਦਾ ਹੋ ਜਾਂਦੇ ਹਨ ਕਿ ਉਹਨਾਂ ਗੁਣਾਂ ਦੀ ਗੱਲ ਛੇੜਿਆਂ ਅਚਰਜ ਰਹਿ ਜਾਂਦਾ ਹੈ। ਅਸ਼ਟਪਦੀ ਸਾਧ ਕੇ ਸੰਗ ਮੁਖ ਉਜਲ ਹੋਤ। ਗੁਰਮੁਖਾਂ ਦੀ ਸੰਗਤ ਵਿੱਚ ਰਿਹਾ ਮੂੰਹ ਉਜਲੇ ਹੁੰਦੇ ਹਨ, ਭਾਵ ਇੱਜ਼ਤ ਬਣ ਆਉਂਦੀ ਹੈ। ਸਾਧ ਕੇ ਸੰਗ ਮਲ ਸਗਲੀ ਖੋਤ। ਕਿਉਂਕਿ ਸਾਧੂ ਜਨਾਂ ਦੇ ਪਾਸ ਰਿਹਾ ਵਿਕਾਰਾਂ ਦੀ ਸਾਰੀ ਮੈਲ ਮਿਟ ਜਾਂਦੀ ਹੈ। ਸਾਧ ਕੇ ਸੰਗ ਮਿਟੇ ਅਭਿਮਾਨ। ਸਾਧੂ ਦੀ ਸੰਗਤ ਵਿੱਚ ਅਹੰਕਾਰ ਦੂਰ ਹੁੰਦਾ ਹੈ। ਸਾਧ ਕੇ ਸੰਗ ਪ੍ਰਗਟੇ ਸੁਗਿਆਨ ਅਤੇ ਸ੍ਰੇਸ਼ਟ ਗਿਆਨ ਪ੍ਰਗਟ ਹੁੰਦਾ ਹੈ, ਭਾਵ ਚੰਗੀ ਮਤ ਆਉਂਦੀ ਹੈ। ਸਾਧ ਕੇ ਸੰਗ ਬੂਝੈ ਪ੍ਰਭ ਨੇਰਾ। ਸੰਤਾਂ ਦੀ ਸੰਗਤ ਵਿੱਚ ਪ੍ਰਭੂ ਅੰਗ ਸੰਗ ਵਸਦਾ ਜਾਪਦਾ ਹੈ। ਸਾਧ ਸੰਗ ਸਭ ਹੋਤ ਨਵੇਰਾ। ਇਸ ਵਾਸਤੇ ਮੰਦੇ ਅਹੰਕਾਰ ਸੰਸਕਾਰਾਂ ਦਾ ਵਾਸ਼ਨਾ ਦਾ ਸਾਰਾ ਨਿਬੇੜਾ ਹੋ ਜਾਂਦਾ ਹੈ, ਭਾਵ ਮੰਦੇ ਪਾਸੇ ਜੀ ਪੈਂਦਾ ਨਹੀਂ। ਸਾਧ ਕੇ ਸੰਗ ਪਾਏ ਨਾਮ ਰਤਨ। ਗੁਰਮੁਖਾਂ ਦੀ ਸੰਗਤ ਵਿੱਚ ਮਨੁੱਖ ਨਾਮ ਰੂਪੀ ਰਤਨ ਲੱਭ ਲੈਂਦਾ ਹੈ। ਸਾਧ ਕੇ ਸੰਗ ਏਕ ਉਪਰ ਯਤਨ। ਤੇ ਇੱਕ ਪ੍ਰਭੂ ਨੂੰ ਮਿਲਣ ਦਾ ਯਤਨ ਕਰਦਾ ਹੈ। ਸਾਧ ਕੀ ਮਹਿਮਾ ਵਰਨੈ ਕੌਣ ਪ੍ਰਾਨੀ। ਸਾਧੂ ਦੀ ਬੜਾਈ ਕਿਹੜਾ ਮਨੁੱਖ ਬਿਆਨ ਕਰ ਸਕਦਾ ਹੈ। ਨਾਨਕ ਸਾਧ ਕੀ ਸੋਭਾ ਪਰਮ ਮਹਿ ਸਮਾਨੀ। ਕਿਉਂਕਿ ਇਹ ਨਾਨਕ ਸਾਧ ਜਨਾਂ ਦੀ ਸੋਭਾ ਪ੍ਰਭੂ ਦੀ ਸੋਭਾ ਦੇ ਬਰਾਬਰ ਹੋ ਜਾਂਦੀ ਹੈ। ਸਾਧ ਕੇ ਸੰਗ ਅਗੋਚਰ ਮਿਲੈ। ਗੁਰਮੁਖਾਂ ਦੀ ਸੰਗਤ ਵਿੱਚ ਮਨੁੱਖ ਨੂੰ ਉਹ ਪ੍ਰਭੂ ਮਿਲ ਪੈਂਦਾ ਹੈ ਜੋ ਸਰੀਰਕ ਇੰਦਰੀਆਂ ਦੀ ਪਹੁੰਚ ਤੋਂ ਪਰੇ ਹੈ। ਸਾਧ ਕੇ ਸੰਗ ਸਦਾ ਪ੍ਰਫੁੱਲੈ। ਅਤੇ ਮਨੁੱਖ ਸਦਾ ਖਿੜੇ ਮੱਥੇ ਰਹਿੰਦੇ ਹਨ। ਸਾਧ ਕੇ ਸੰਗ ਆਵੈ ਵਸ ਪੰਚਾ। ਸਾਧ ਜਨਾਂ ਦੀ ਸੰਗਤ ਵਿੱਚ ਰਿਹਾ ਕਾਮਦਿਕ ਪੰਜ ਵਿਕਾਰ ਕਾਬੂ ਵਿੱਚ ਆ ਜਾਂਦੇ ਹਨ। ਸਾਧ ਸੰਗ ਅੰਮ੍ਰਿਤ ਰਸ ਭੁੰਚਾ। ਕਿਉਂਕਿ ਮਨੁੱਖ ਨਾਮ ਰੂਪ ਅੰਮ੍ਰਿਤ ਦਾ ਰਸ ਚੱਖ ਲੈਂਦਾ ਹੈ। ਸਾਧ ਸੰਗ ਹੋਏ ਸਭ ਕੀ ਰੇਣ। ਸਾਧ ਜਨਾਂ ਦੀ ਸੰਗਤ ਕੀਤਿਆਂ ਮਨੁੱਖ ਸਭ ਪ੍ਰਾਣੀਆਂ ਦੇ ਚਰਨਾਂ ਦੀ ਧੂੜ ਬਣ ਜਾਂਦਾ ਹੈ। ਸਾਧ ਕੇ ਸੰਗ ਮਨੋਹਰ ਵੈਣ। ਅਤੇ ਸਭ ਨਾਲ ਮਿੱਠੇ ਵਚਨ ਬੋਲਦਾ ਹੈ। ਸਾਧ ਕੇ ਸੰਗ ਨ ਕਤਹੂ ਧਾਵੈ। ਸੰਤ ਜਨਾਂ ਦੀ ਸੰਗਤ ਰਿਹਾ ਮਨੁੱਖ ਦਾ ਮਨ ਕਿਸੇ ਪਾਸੇ ਨਹੀਂ ਦੌੜਦਾ। ਸਾਧ ਸੰਗ ਅਸਥਿਰ ਮਨ ਪਾਵੈ। ਅਤੇ ਪ੍ਰਭੂ ਦੇ ਚਰਨਾਂ ਵਿੱਚ ਟਿਕਾਊ ਹਾਸਲ ਕਰ ਲੈਂਦਾ ਹੈ। ਸਾਧ ਕੇ ਸੰਗ ਮਾਇਆ ਤੇ ਭਿੰਨ। ਗੁਰਮੁਖਾਂ ਦੀ ਸੰਗਤ ਵਿੱਚ ਟਿਕਿਆ ਮਨੁੱਖ ਮਾਇਆ ਦੇ ਅਸਰ ਤੋਂ ਬੇਦਾਗ ਰਹਿੰਦਾ ਹੈ। ਸਾਧ ਸੰਗ ਨਾਨਕ ਪ੍ਰਭ ਸੋ ਪ੍ਰਸੰਨ। ਅਤੇ ਇਹ ਨਾਨਕ ਅਕਾਲ ਪੁਰਖ ਜਿਸ ਉੱਤੇ ਦਇਆਵਾਨ ਹੁੰਦਾ ਹੈ। ਸਾਧ ਸੰਗ ਦੁਸ਼ਮਣ ਸਭ ਮੀਤ। ਗੁਰਮੁਖਾਂ ਦੀ ਸੰਗਤ ਵਿੱਚ ਰਿਹਾ ਸਾਰੇ ਬੈਰੀ ਵੀ ਮਿੱਤਰ ਦਿਸਣ ਲੱਗ ਜਾਂਦੇ ਹਨ। ਸਾਧ ਕੇ ਸੰਗ ਮਹਾਪੁਨੀਤ। ਕਿਉਂਕਿ ਸਾਧ ਜਨਾਂ ਦੀ ਸੰਗਤ ਵਿੱਚ ਮਨੁੱਖ ਦਾ ਆਪਣਾ ਹਿਰਦਾ ਬਹੁਤ ਸਾਫ਼ ਹੋ ਜਾਂਦਾ ਹੈ। ਸਾਧ ਸੰਗ ਕਿਸ ਸੋ ਨਹੀਂ ਵੈਰ। ਸੰਤਾਂ ਦੀ ਸੰਗਤ 'ਚ ਬੈਠੇ ਕਿਸੇ ਨਾਲ ਵੈਰ ਨਹੀਂ ਰਹਿ ਜਾਂਦਾ। ਸਾਧ ਕੇ ਸੰਗ ਨਾ ਵੀਗਾ ਪੈਰ। ਅਤੇ ਕਿਸੇ ਮੰਦੇ ਪਾਸੇ ਪੈਰ ਨਹੀਂ। ਸਾਧ ਕੇ ਸੰਗ ਨਾਹੀ ਕੋ ਮੰਦਾ।
ਭੁਲਿਆਂ ਦੀ ਸੰਗਤ ਵਿੱਚ ਕੋਈ ਮਨੁੱਖ ਭੈੜਾ ਨਹੀਂ ਦਿਸਦਾ। ਸਾਧ ਸੰਗ ਜਾਣੇ ਪਰਮਾਨੰਦਾ, ਕਿਉਂਕਿ ਹਰ ਥਾਂ ਮਨੁੱਖ ਉੱਚੇ ਸੁੱਖ ਦੇ ਮਾਲਕ ਪ੍ਰਭੂ ਨੂੰ ਹੀ ਜਾਣਦਾ ਹੈ। ਸਾਧ ਕੇ ਸੰਗ ਨਾਹੀਂ ਹਉ ਤਾਪ, ਸਾਧੂ ਦੀ ਸੰਗਤ ਵਿੱਚ ਮਨੁੱਖ ਸਾਰੀ ਆਪਣਤਾ ਛੱਡ ਦਿੰਦਾ ਹੈ। ਸਾਧ ਕੇ ਸੰਗ ਤਚੈ ਸਭ ਆਪ, ਗੁਰਮੁਖਾਂ ਦੀ ਸੰਗਤ ਕੀਤਿਆਂ ਹਉਮੈ ਰੂਪ ਤਾਪ ਨਾਲੋਂ ਤਾਪ ਨਹੀਂ ਰਹਿ ਜਾਂਦਾ। ਆਪੇ ਜਾਣੇ ਸਾਧ ਬੁਲਾਈ, ਸਾਧ ਦੀ ਬੁਲਾਈ ਪ੍ਰਭੂ ਆਪ ਹੀ ਜਾਣਦਾ ਹੈ। ਨਾਨਕ ਸਾਧ ਪਰਬ ਵਨ ਆਈ, ਕਿਉਂਕਿ ਇਹ ਨਾਨਕ ਸਾਧ ਤੇ ਪ੍ਰਭੂ ਦਾ ਪੱਕਾ ਪਿਆਰ ਪੈ ਜਾਂਦਾ ਹੈ। ਸਾਧ ਕੇ ਸੰਗ ਨਾ ਕਬਹੂ ਧਾਵੈ, ਗੁਰਮੁਖਾਂ ਦੀ ਸੰਗਤ ਵਿੱਚ ਰਿਹਾ ਮਨੁੱਖ ਦਾ ਮਨ ਕਦੇ ਭਟਕਦਾ ਨਹੀਂ। ਸਾਧ ਕੇ ਸੰਗ ਸਦਾ ਸੁਖ ਪਾਵੈ, ਕਿਉਂਕਿ ਸਾਧਨਾਂ ਦੀ ਸੰਗਤ ਵਿੱਚ ਮਨੁੱਖ ਸਦਾ ਸੁਖ ਮਾਣਦਾ ਹੈ। ਸਾਧ ਸੰਗ ਵਸਤ ਅਗੋਚਰ ਲਹੈ, ਸੰਤਾਂ ਦੀ ਸੰਗਤ ਵਿੱਚ ਪ੍ਰਭੂ ਦਾ ਨਾਮ ਰੂਪ ਅਗੋਚਰ ਵਸਤ ਮਿਲ ਜਾਂਦੀ ਹੈ। ਸਾਧੂ ਕੇ ਸੰਗ ਅਜਰ ਸਹੈ, ਅਤੇ ਮਨੁੱਖ ਇਹ ਨਾ ਜਰਿਆ ਜਾਣ ਵਾਲਾ ਮਰਤਬਾ ਜਰ ਲੈਂਦਾ ਹੈ। ਸਾਧ ਕੇ ਸੰਗ ਵਸੈ ਥਾਨ ਉੱਚੈ, ਗੁਰਮੁਖਾਂ ਦੀ ਸੰਗਤ ਵਿੱਚ ਰਹਿ ਕੇ ਮਨੁੱਖ ਉੱਚੇ ਆਤਮਿਕ ਟਿਕਾਣੇ 'ਤੇ ਵਸਦਾ ਹੈ। ਸਾਧ ਕੇ ਸੰਗ ਮਹਿਲ ਪਹੁੰਚੈ, ਅਤੇ ਅਕਾਲ ਪੁਰਖ ਦੇ ਚਰਨਾਂ ਵਿੱਚ ਜੁੜਿਆ ਰਹਿੰਦਾ ਹੈ। ਸਾਧ ਕੇ ਸੰਗ ਦ੍ਰਿੜ੍ਹੈ ਸਭ ਧਰਮ, ਸੰਤਾਂ ਦੀ ਸੰਗਤ ਵਿੱਚ ਰਹਿ ਕੇ ਮਨੁੱਖ ਸਾਰੇ ਧਰਮਾਂ ਫਰਜ਼ਾਂ ਨੂੰ ਚੰਗੀ ਤਰ੍ਹਾਂ ਸਮਝ ਲੈਂਦਾ ਹੈ। ਸਾਧ ਕੇ ਸੰਗ ਕੇਵਲ ਪਾਰ ਬ੍ਰਹਮ, ਅਤੇ ਸਿਰਫ ਅਕਾਲ ਪੁਰਖ ਨੂੰ ਹਰ ਥਾਂ ਵੇਖਦਾ ਹੈ। ਸਾਧ ਕੇ ਸੰਗ ਪਾਏ ਨਾਮ ਨਿਧਾਨ, ਸਾਧਨਾਂ ਦੀ ਸੰਗਤ ਵਿੱਚ ਮਨੁੱਖ ਨਾਮ ਖਜ਼ਾਨਾ ਲੱਭ ਲੈਂਦਾ ਹੈ। ਨਾਨਕ ਸਾਧੂ ਕੈ ਕੁਰਬਾਨ, ਤਾਂ ਤੇ ਨਾਨਕ ਮੈਂ ਸਾਧਨਾਂ ਤੋਂ ਸਦਕੇ ਹਾਂ। ਸਾਧ ਕੇ ਸੰਗ ਸਭ ਕੁਲ ਉਧਾਰੈ, ਗੁਰਮੁਖਾਂ ਦੀ ਸੰਗਤ ਵਿੱਚ ਰਹਿ ਕੇ ਮਨੁੱਖ ਆਪਣੀਆਂ ਸਾਰੀਆਂ ਕੁਲਾਂ ਵਿਕਾਰਾਂ ਤੋਂ ਬਚਾ ਲੈਂਦਾ ਹੈ। ਸਾਧ ਸੰਗ ਸਾਜਨ ਮੀਤ ਕੁਟੰਬ ਨਿਸਤਾਰੈ, ਅਤੇ ਆਪਣੇ ਸੱਜਣਾ ਮਿੱਤਰਾਂ ਤੇ ਪਰਿਵਾਰ ਨੂੰ ਤਾਰ ਲੈਂਦਾ ਹੈ। ਸਾਧ ਕੇ ਸੰਗ ਸੋ ਧਨ ਪਾਵੈ, ਸੰਤਾਂ ਦੀ ਸੰਗਤ ਵਿੱਚ ਮਨੁੱਖ ਨੂੰ ਉਹ ਧਨ ਲਾਭ ਪੈਂਦਾ ਹੈ ਜਿਸ ਧਨ ਤੇ ਸਭ ਕੋ ਵਰਸਾਵੈ। ਜਿਸ ਧਨ ਤੇ ਮਿਲਣ ਨਾਲ ਹਰੇਕ ਮਨੁੱਖ ਨਾਮਣੇ ਵਾਲਾ ਹੋ ਜਾਂਦਾ ਹੈ। ਸਾਧ ਸੰਗ ਧਰਮ ਰਾਜ ਕਰੇ ਸੇਵਾ, ਸਾਧੂ ਜਨਾਂ ਦੀ ਸੰਗਤ ਵਿੱਚ ਰਿਹਾ ਧਰਮਰਾਜ ਵੀ ਸੇਵਾ ਕਰਦਾ ਹੈ। ਸਾਧ ਕੇ ਸੰਗ ਸੋਭਾ ਸੁਰ ਦੇਵਾ, ਅਤੇ ਦੇਵਤੇ ਵੀ ਸੋਭਾ ਕਰਦੇ ਹਨ। ਸਾਧੂ ਕੇ ਸੰਗ ਪਾਪ ਪਲਾਇਣ, ਗੁਰਮੁਖਾਂ ਦੀ ਸੰਗਤ ਵਿੱਚ ਪਾਪ ਦੂਰ ਹੋ ਜਾਂਦੇ ਹਨ। ਸਾਧ ਸੰਗ ਅੰਮ੍ਰਿਤ ਗੁਣ ਗਾਇਨ, ਕਿਉਂਕਿ ਉੱਥੇ ਪ੍ਰਭੂ ਦੇ ਅਮਰ ਕਰਨ ਵਾਲੇ ਗੁਣ ਮਨੁੱਖ ਗਾਉਂਦੇ ਹਨ। ਸਾਧ ਕੇ ਸੰਗ ਸਰਬ ਥਾਨ ਗਮ, ਸੰਤਾਂ ਦੀ ਸੰਗਤ ਵਿੱਚ ਰਹਿ ਕੇ ਸਭ ਥਾਈਂ ਪਹੁੰਚ ਹੋ ਜਾਂਦੀ ਹੈ, ਭਾਵ ਉੱਚੀ ਆਤਮਿਕ ਅਵਸਥਾ ਆ ਜਾਂਦੀ ਹੈ। ਨਾਨਕ ਸਾਧ ਕੇ ਸੰਗ ਸਫਲ ਜਨਮ, ਇਹ ਨਾਨਕ ਸਾਧੂ ਸੰਗਤ ਵਿੱਚ ਮਨੁੱਖਾ ਜਨਮ ਦਾ ਫਲ ਮਿਲ ਜਾਂਦਾ ਹੈ। ਸਾਧ ਕੇ ਸੰਗ ਨਹੀਂ ਕਛ ਘਾਲ, ਸਾਧਨਾਂ ਦੀ ਸੰਗਤ ਵਿੱਚ ਰਿਹਾ ਤਪ ਆਦਿਕ ਤਪਣ ਦੀ ਲੋੜ ਨਹੀਂ ਰਹਿੰਦੀ। ਦਰਸ਼ਨ ਭੇਟਤ ਹੋਤ ਨਿਹਾਲ, ਕਿਉਂਕਿ ਉਹਨਾਂ ਦਾ ਦਰਸ਼ਨ ਹੀ ਕਰਕੇ ਹਿਰਦਾ ਖਿੜ ਆਉਂਦਾ ਹੈ। ਸਾਧ ਕੇ ਸੰਗ ਕੁਲੁਖਤ ਹਰੈ, ਗੁਰਮੁਖਾਂ ਦੀ ਸੰਗਤ ਵਿੱਚ ਮਨੁੱਖ ਆਪਣੇ ਪਾਪ ਨਾਸ਼ ਕਰ ਲੈਂਦਾ ਹੈ। ਸਾਧ ਕੇ ਸੰਗ ਨਰਕ ਪਰ ਹਰੈ, ਤੇ ਇਸ ਤਰ੍ਹਾਂ ਨਰਕ ਤੋਂ ਬਚ ਜਾਂਦਾ ਹੈ। ਸਾਧ ਕੇ ਸੰਗ ਈਹਾ ਊਹਾ ਸੁਹੇਲਾ, ਸੰਤਾਂ ਦੀ ਸੰਗਤ ਵਿੱਚ ਰਹਿ ਕੇ ਮਨੁੱਖ ਇਸ ਲੋਕ ਤੇ ਪਰਲੋਕ ਵਿੱਚ ਸੌਖਾ ਹੋ ਜਾਂਦਾ ਹੈ। ਸਾਧ ਸੰਗ ਵਿਛਰਤ ਹਰ ਮੇਲਾ, ਅਤੇ ਪ੍ਰਭੂ ਨੇ ਵਿਛੋੜਿਆ ਹੋਇਆ ਮੁੜ ਉਸ ਨੂੰ ਮਿਲਾ ਦਿੰਦਾ ਹੈ। ਪ੍ਰਭੂ ਤੋਂ ਵਿਛੋੜਿਆ ਹੋਇਆ ਮੁੜ ਉਸ ਨੂੰ ਮਿਲਾ ਦਿੰਦਾ ਹੈ। ਜੋ ਇੱਛਾ ਸੋਈ ਫਲ ਪਾਏ, ਗੁਰਮੁਖਾਂ ਦੀ ਸੰਗਤ ਵਿੱਚੋਂ ਮਨੁੱਖ ਜੋ ਇੱਛਾ ਕਰਦਾ ਹੈ ਉਹੀ ਫਲ ਪਾਉਂਦਾ ਹੈ। ਸਾਧ ਕੇ ਸੰਗ ਨ ਵਿਰਥਾ ਜਾਵੈ, ਬੇਮੁਰਾਦ ਹੋ ਕੇ ਨਹੀਂ ਜਾਂਦਾ। ਪਾਰ ਬ੍ਰਹਮ ਸਾਧ ਰਿਦ ਵਸੈ, ਅਕਾਲ ਪੁਰਖ ਸੰਤ ਜਨਾਂ ਦੇ ਹਿਰਦੇ ਵਿੱਚ ਵਸਦਾ ਹੈ। ਨਾਨਕ ਉਧਰੈ ਸਾਧ ਸੁਨ ਰਸੈ,
हे ਨਾਨਕ ਮਨੁੱਖ ਸਾਧੂ ਜਨਾਂ ਦੀ ਰਸਨਾ ਤੋਂ ਉਪਦੇਸ਼ ਸੁਣ ਕੇ ਵਿਕਾਰਾਂ ਤੋਂ ਬਚ ਜਾਂਦਾ ਹੈ। ਸਾਧ ਕੇ ਸੰਗ ਸੁਣੋ ਹਰਨਾਉ, ਮੈਂ ਗੁਰਮੁਖਾਂ ਦੀ ਸੰਗਤ ਵਿੱਚ ਰਹਿ ਕੇ ਪ੍ਰਭੂ ਦਾ ਨਾਮ ਸੁਣਾ। ਸਾਧ ਸੰਗ ਹਰ ਕੇ ਗੁਣ ਗਾਉ, ਤੇ ਪ੍ਰਭੂ ਦੇ ਗੁਣ ਗਾਵਾਂ ਇਹ ਮੇਰੀ ਕਾਮਨਾ ਹੈ। ਸਾਧ ਕੇ ਸੰਗ ਨਾ ਮਨ ਤੇ ਵਿਸਰੈ, ਸੰਤਾਂ ਦੀ ਸੰਗਤ ਵਿੱਚ ਰਿਹਾ ਪ੍ਰਭੂ ਮਨ ਤੋਂ ਭੁੱਲਦਾ ਨਹੀਂ। ਸਾਧ ਸੰਗ ਸਰਪ ਨਿਸਤਰੈ, ਸਾਧ ਜਿਨ੍ਹਾਂ ਦੀ ਸੰਗਤ ਵਿੱਚ ਮਨੁੱਖ ਜ਼ਰੂਰ ਵਿਕਾਰਾਂ ਤੋਂ ਬਚ ਨਿਕਲਦਾ ਹੈ। ਸਾਧ ਕੇ ਸੰਗ ਲੱਗੇ ਪ੍ਰਭ ਮਿੱਠਾ, ਭਲਿਆਂ ਦੀ ਸੰਗਤ ਵਿੱਚ ਰਿਹਾ ਪ੍ਰਭੂ ਪਿਆਰਾ ਲੱਗਣ ਲੱਗ ਜਾਂਦਾ ਹੈ। ਸਾਧੂ ਕੇ ਸੰਗ ਘਟ ਘਟ ਡੀਠਾ, ਅਤੇ ਉਹ ਹਰੇਕ ਸਰੀਰ ਵਿੱਚ ਦਿਖਾਈ ਦੇਣ ਲੱਗ ਜਾਂਦਾ ਹੈ। ਸਾਧ ਸੰਗ ਭਏ ਆਗਿਆਕਾਰੀ, ਸਾਧੂਆਂ ਦੀ ਸੰਗਤ ਕੀਤਿਆਂ ਅਸੀਂ ਪ੍ਰਭੂ ਦਾ ਹੁਕਮ ਮੰਨਣ ਵਾਲੇ ਹੋ ਜਾਂਦੇ ਹਾਂ। ਸਾਧ ਸੰਗ ਗਤ ਭਈ ਹਮਾਰੀ, ਅਤੇ ਸਾਡੀ ਆਤਮਿਕ ਅਵਸਥਾ ਸੁਧਰ ਜਾਂਦੀ ਹੈ। ਸਾਧ ਕੇ ਸੰਗ ਮਿਟੇ ਸਭ ਰੋਗ, ਸੰਤ ਜਨਾਂ ਦੀ ਸੋਹਬਤ ਵਿੱਚ ਵਿਕਾਰ ਆਦਿਕ ਸਾਰੇ ਰੋਗ ਮਿਟ ਜਾਂਦੇ ਹਨ। ਨਾਨਕ ਸਾਧ ਭੇਟੇ ਸੰਜੋਗ, ਹੇ ਨਾਨਕ ਬੜੇ ਭਾਗਾਂ ਨਾਲ ਸਾਧ ਜਨ ਮਿਲਦੇ ਹਨ। ਸਾਧ ਕੀ ਮਹਿਮਾ ਵੇਦ ਨਾ ਜਾਣੈ, ਸਾਧ ਕੀ ਬੜਾਈ ਵੇਦ ਵੀ ਨਹੀਂ ਜਾਣਦੇ। ਜੇਤਾ ਸੁਣੇ ਤੇਤਾ ਵਖਿਆਨੈ, ਉਹ ਤਾਂ ਜਿਤਨਾ ਸੁਣਦੇ ਹਨ ਉਤਨਾ ਹੀ ਬਿਆਨ ਕਰਦੇ ਹਨ, ਪਰ ਸਾਧ ਦੀ ਮਹਿਮਾ ਬਿਆਨ ਤੋਂ ਪਰੇ ਹੈ। ਸਾਧ ਕੀ ਉਪਮਾ ਤਹਿ ਗੁਣ ਤੇ ਦੂਰ, ਸਾਧੂ ਦੀ ਸਮਾਨਤਾ ਤਿੰਨਾਂ ਗੁਣਾਂ ਤੋਂ ਪਰੇ ਹੈ। ਭਾਵ ਜਗਤ ਦੀ ਰਚਨਾ ਵਿੱਚ ਕੋਈ ਅਜਿਹੀ ਹਸਤੀ ਨਹੀਂ ਜਿਸ ਨੂੰ ਸਾਧੂ ਵਰਗਾ ਕਿਹਾ ਜਾ ਸਕੇ। ਸਾਧ ਕੀ ਉਪਮਾ ਰਹੀ ਭਰਪੂਰ, ਸਾਧ ਦੀ ਸਮਾਨਤਾ ਉਸ ਪ੍ਰਭੂ ਨਾਲ ਹੀ ਹੋ ਸਕਦੀ ਹੈ ਜੋ ਸਾਰੇ ਵਿਆਪਕ ਹੈ। ਸਾਧ ਕੀ ਸ਼ੋਭਾ ਕਾ ਨਾਹੀ ਅੰਤ, ਸਾਧੂ ਦੀ ਸ਼ੋਭਾ ਦਾ ਅੰਦਾਜ਼ਾ ਨਹੀਂ ਲੱਗ ਸਕਦਾ। ਸਾਧ ਕੀ ਸ਼ੋਭਾ ਸਦਾ ਬੇਅੰਤ, ਸਦਾ ਉਸਨੂੰ ਬੇਅੰਤ ਹੀ ਕਿਹਾ ਜਾ ਸਕਦਾ ਹੈ। ਸਾਧ ਕੀ ਸ਼ੋਭਾ ਊਚ ਤੇ ਉੱਚੀ, ਸਾਧੂ ਦੀ ਸ਼ੋਭਾ ਹੋਰ ਸਭ ਦੀ ਸ਼ੋਭਾ ਤੋਂ ਬਹੁਤ ਉੱਚੀ ਹੈ। ਸਾਧ ਕੀ ਸ਼ੋਭਾ ਮੂਚ ਤੇ ਉੱਚੀ ਅਤੇ ਬਹੁਤ ਵੱਡੀ ਹੈ। ਸਾਧ ਕੀ ਸ਼ੋਭਾ ਸਾਧ ਬਣ ਆਈ, ਸਾਧੂ ਦੀ ਸ਼ੋਭਾ ਸਾਧੂ ਨੂੰ ਹੀ ਫਬਦੀ ਹੈ। ਨਾਨਕ ਸਾਧ ਪ੍ਰਭ ਭੇਦ ਨਾ ਭਾਈ, ਨਾਨਕ ਆਖਦਾ ਹੈ ਕਿ ਸਾਧੂ ਤੇ ਪ੍ਰਭੂ ਵਿੱਚ ਕੋਈ ਫਰਕ ਨਹੀਂ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।